ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਸੰਵਿਧਾਨ ਬਚਾਓ ਦੇਸ਼ ਬਚਾਓ ਸੰਘਰਸ਼ ਸਮਿਤੀ ਵੱਲੋਂ ਸੰਵਿਧਾਨ ਦਿਵਸ ਦੇ ਮੌਕੇ ਉੱਤੇ ਸਥਾਨਕ ਅਨਾਜ ਮੰਡੀ ਵਿੱਚ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਯੂਪੀ ਦੇ ਸਾਬਕਾ ਮੰਤਰੀ ਤੇ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਵਿਨੋਦ ਤੇਜਿਆਨਾ ਨੇ ਸ਼ਿਰਕਤ ਕੀਤੀ, ਜਦੋਂ ਕਿ ਜਨਰਲ ਸਕੱਤਰ ਇੰਦਰ ਸਵਾਮੀ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਭਾਣਜੇ ਜਗਮੋਹਨ ਸਿੰਘ, ਬਸਪਾ ਦੇ ਬਾਨੀ ਬਾਬੂ ਕਾਸ਼ੀ ਰਾਮ ਦੇ ਭਾਣਜੇ ਚਰਨਜੀਤ ਸਿੰਘ ਨੇ ਇਸ ਚਰਚਾ ਵਿੱਚ ਭਾਗ ਲਿਆ। ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਵਿਨੋਦ ਤੇਜਿਆਨਾ ਨੇ ਕਿਹਾ ਕਿ ਸੰਵਿਧਾਨ ਦੇ ਬਾਨੀ ਬਾਬਾ ਸਾਹਿਬ B.R. ਅੰਬੇਦਕਰ ਨੇ 73 ਸਾਲ ਪਹਿਲਾਂ ਸੰਵਿਧਾਨ ਸਭਾ ਦੀ ਅਖੀਰਲੀ ਮੀਟਿੰਗ ਦੌਰਾਨ ਕਿਹਾ ਸੀ ਕਿ ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਬਿਹਤਰ ਸੰਵਿਧਾਨ ਹੈ, ਪਰ ਇਸ ਦਾ ਭਵਿੱਖ ਭਾਰਤੀ ਹਾਕਮਾਂ ਦੇ ਹੱਥ ਵਿੱਚ ਹੋਵੇਗਾ। ਪਾਟਨਾ ਤੋਂ ਸਤਪਾਲ ਗਰਗ ਦੀ ਰਿਪੋर्ट। लेकिन 25 नवंबर बड़ा इतिहासक दिन है, क्योंकि बाबा साहब अंबेडकर ने कॉन्स्टिट्यूशन जो 26 नवंबर को साइन होना सी, उन्होंने एक आखिरी स्पीच की। उन्होंने कहा कि असी जो वध तो वध इस संविधान में रख सकते वो तो रख दिता, लेकिन ये चंगा रहेगा कि माड़ा रहेगा ये उन्होंने ते डिपेंड करेगा जिहड़े इहदे ते पहरा देणगे। जिहड़ी सरकार बनेगी वो माड़ी होएगी तो माड़ा कर लेंगे, और जे चंगी होएगी तो चंगा कर लेंगे। तो अज मतलब चिंता का विषय यह है कि संविधान की जिहड़ी रूह है उन्होंने कढ़िया जा रहा है, और जिहड़े साडे अज राज करने वाले ने वो इहदे विच बहुत माहिर ने कि बुत किवें बनाउणा। मैं कहना हुंदा कि जे रूह कढ़ दिओ तुसीं ते उहदा बुत बन जांदा। जिवें हुण पिछले दिनी मतलब जिहड़ी एक बेइंसाफी सदियां तो चली आ रही सी, उन्होंने ਉਹਦੇ 'ਚ इंसाफ देण लई मतलब रिजर्वेशन का एक इशू आया सी कि भी ਜਿਹੜੇ नहीं, हालांकि ਉਹਦੇ ਵਿੱਚ भी है कि संविधान ये कहता है कि ਤੁਸੀਂ हर बच्चे ਨੂੰ बराबर मतलब मौका दिओ, फ्री विद्या दिओ, फ्री हैल्थ दिओ और मकान दिओ। कुली गुली जुली ਦਾ नारा आज़ादी ਦੇ ਵਿੱਚ ਲੱਗਦਾ ਸੀ, लेकिन ਉਹਦੇ ਵਿੱਚ ਹੁਣ ਇਹਨਾਂ ने एक क्लास ਲੈ आंदी कि इकनॉमिकली वीकर सैक्शन, और ਉਹਦੀ ਘੱਟੋ ਘੱਟ ਕੀ ਹੈ ਜਿਹੜੀ 8 ਲੱਖ ਰੁਪਇਆ ਸਾਲ ਦੀ ਆਮਦਨ ਹੈ ਉਹ ਇਕਨੋਮਿਕਲੀ ਵੀਕਰ ਸੈਕਸ਼ਨ ਹੋ ਗਈ, ਔਰ ਉਹਦੇ ਨਾਂ ਦੇ ਉੱਤੇ ਜਿਹੜੀ ਮਤਲਬ ਬੇਇਨਸਾਫੀ ਸਦੀਆਂ ਤੋਂ ਚੱਲੀ ਆ ਰਹੀ ਸੀ ਉਹ ਉਹਦੇ ਤੋਂ ਅੱਖ ਮੁੰਦੀ ਜਾ ਰਹੀ ਹੈ। ਔਰ ਮੈਂ ਕਹਿੰਦਾ ਕਿ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਨੇ ਇਹ ਕਿਹਦੀ ਪੈਦਾਵਾਰ ਹੈ? ਮਤਲਬ ਜੀ ਇੱਕ ਤਾਂ ਸਮਾਜਿਕ ਪੈਦਾਵਾਰ ਸੀ, ਕਿਉਂਕਿ ਸਮਾਜਿਕ ਬੇਨਿਆਂ ਜਿਹੜਾ ਮਨੂਵਾਦੀ ਮਤਲਬ ਪ੍ਰੋਸੈਸ ਵਿੱਚ ਸੀਗਾ ਉਹਨੇ ਪੈਦਾ ਕੀਤਾ, ਲੇਕਿਨ ਇਕਨੋਮਿਕਲੀ ਵੀਕਰ ਸੈਕਸ਼ਨ ਉਹ ਨੇ ਜਿਨ੍ਹਾਂ ਨੂੰ ਇਹਨਾਂ ਸਰਕਾਰਾਂ ਨੇ ਪੈਦਾ ਕੀਤਾ, ਕਿਉਂਕਿ ਇਹਨਾਂ ਨੇ ਜਿਹੜਾ ਸੰਵਿਧਾਨ ਵਿੱਚ ਬਰਾਬਰਤਾ ਦਾ ਮਤਲਬ ਹੱਕ ਸੀਗਾ ਉਹ ਲੋਕਾਂ ਸਾਰਿਆਂ ਨੂੰ ਨਹੀਂ ਦਿੱਤਾ, ਚੰਦ ਲੋਕਾਂ ਨੂੰ ਦਿੱਤਾ। ਉਹਦੇ 'ਚੋਂ ਹੁਣ ਉਹਦੇ ਵਿੱਚ ਵੀ ਜਾਤਵਾਦ ਲਿਆ ਰਿਹਾ। ਤੋ ਇਸ ਕਰਕੇ ਅੱਜ ਸੰਵਿਧਾਨ ਦੀ ਮਤਲਬ ਇੱਕ ਇਹ ਹੈ ਕਿ ਜਿਹੜੀ ਵਿੱਦਿਆ ਹੈ, ਮਤਲਬ ਸੰਵਿਧਾਨ 'ਚ ਅਸੀਂ ਵੀ ਵਿੱਦਿਆ ਹਰ ਬੱਚੇ ਨੂੰ ਫ੍ਰੀ ਮਿਲਣੀ ਚਾਹੀਦੀ, ਲੇਕਿਨ ਇਹਨਾਂ ਨੇ ਇੰਨਾ ਕਾਰਪੋਰੇਟਾਈਜੇਸ਼ਨ ਕਰ ਲਿਆ, ਮਤਲਬ ਉਹਨੂੰ ਅਖੀਰ ਤੇ ਵੇਚਿਆ ਜਾ ਰਿਹਾ, ਔਰ ਉਹਦੇ ਵਿੱਚ ਜਿਹੜਾ ਆਮ ਬੱਚਾ ਹੈ ਉਹ ਵੈਸੇ ਹੀ ਰਹਿ ਜਾਏਗਾ। ਜਿਵੇਂ ਇੱਕ ਗੱਲ ਤੁਸੀਂ ਸਮਝ ਲਓ ਕਿ ਅੱਗੇ 2 ਸਾਲ ਹੁੰਦੇ ਸੀ UG KG ਦੇ, ਤੇ ਫਿਰ ਬੱਚੇ ਨੂੰ ਪੜ੍ਹਾ ਕੇ ਤੁਸੀਂ ਸਕੂਲੇ ਪਾ ਸਕਦੇ ਸੀ। ਹੁਣ ਇਹਨਾਂ ਨੇ ਉਹਨੂੰ 5 ਸਾਲ ਦਾ ਕਰਤਾ, ਔਰ ਉਹਦਾ ਕੋਈ ਇੰਤਜ਼ਾਮ ਨਹੀਂ ਕੀਤਾ ਕਿ ਵੀ ਉਹ 5 ਸਾਲ ਤੁਸੀਂ ਬੱਚਿਆਂ ਨੂੰ ਕਿੱਦਾਂ ਪੜ੍ਹਾਉਣਾ, ਉਹਦੇ ਲਈ ਕੋਈ ਇੰਤਜ਼ਾਮ ਨਹੀਂ ਹੈ। ਇਹਦਾ ਮਤਲਬ ਹੈ ਕਿ ਪੇਰੈਂਟਸ ਦੇ ਉੱਤੇ ਦਬਾਅ ਹੋਏਗਾ ਮਤਲਬ। ਔਰ ਤੀਸਰੀ ਜਿਹੜੀ ਗੱਲ ਹੈ ਕਿ ਆਪਾਂ ਇਹ ਦੇਖਿਆ ਕਿ ਜਿਹੜੀਆਂ 2014 ਤੋਂ ਬਾਅਦ ਨੀਤੀਆਂ ਨੇ ਉਹ ਲਗਾਤਾਰ ਲੋਕਾਂ ਨੂੰ ਕਮਜ਼ੋਰ ਕਰਨ ਵਾਲੀਆਂ। ਮਤਲਬ ਨੋਟਬੰਦੀ ਦਾ ਹੁਣ ਪਤਾ ਲੱਗ ਗਿਆ ਕਿ ਜਿਹੜੇ ਘਰਾਂ ਵਿੱਚ ਸਾਡੀਆਂ ਮਤਲਬ ਮਾਤਾਵਾਂ ਭੈਣਾਂ ਮਤਲਬ ਦਾਦੀਆਂ ਜਿਹੜੀਆਂ ਮਤਲਬ ਬਚਾ ਕਰਕੇ ਰੱਖਦੀਆਂ ਸੀ ਉਹਦੇ ਨਾਲ ਘਰ ਚੱਲਦਾ ਸੀ, ਕਿ ਜੇ ਅੱਜ ਨਹੀਂ ਦਿਹਾੜੀ ਮਿਲੀ ਤੇ ਉਹ ਕਿਤੇ ਨਾ ਕਿਤੇ ਗੱਲੇ 'ਚੋਂ ਕੱਢ ਕੇ ਮਤਲਬ ਚਲਾ ਲੈਂਦੀ ਸੀ। ਔਰ ਬੜੀ ਸ਼ੈਤਾਨੀ ਨਾਲ ਇਹਨਾਂ ਨੇ ਉਹ ਸਾਰਾ ਜਿਹੜਾ ਮਤਲਬ ਬੱਚਤ ਸੀ ਉਹ ਖੋਹ ਲਈ। ਫਿਰ ਉਹ ਤੋਂ ਬਾਅਦ ਕਰੋਨਾ ਦਾ ਬਹਾਨਾ ਆ ਗਿਆ। ਮੈਂ ਉਦੋਂ ਵੀ ਕਹਿੰਦਾ ਸੀ ਵੀ ਕਰੋਨਾ ਤੇ ਆ ਰਿਹਾ ਹਵਾਈ ਜਹਾਜ਼ ਤੇ ਚੜ੍ਹ ਕੇ, ਔਰ ਲੋਕਾਂ ਨੂੰ ਤੁਸੀਂ ਘਰ 'ਚ ਬੰਦ ਕਰ ਰਹੇ ਹੋ। ਔਰ ਉਹਦਾ ਆਪਾਂ ਦੇਖਿਆ ਕਿ ਜਿਹੜੀ ਮਤਲਬ ਮਜ਼ਦੂਰਾਂ ਕੋਲ ਮਤਲਬ ਮਹੀਨੇ ਦੀ ਵੱਧ ਤੋਂ ਵੱਧ ਬੱਚਤ ਹੁੰਦੀ ਹੈ 1000-1500, ਜਦੋਂ ਖਤਮ ਹੋ ਗਿਆ ਫਿਰ ਆਪਾਂ ਉਹ ਨਜ਼ਾਰਾ ਵੀ ਦੇਖਿਆ ਕਿ ਲੋਕ ਕਿਵੇਂ ਮਤਲਬ ਸ਼ਹਿਰਾਂ ਤੋਂ ਵਾਪਸ ਪਿੰਡਾਂ ਨੂੰ ਮਤਲਬ 800 ਮੀਲ ਪੈਦਲ ਚੱਲ ਕੇ ਜਾ ਰਹੇ ਨੇ। ਤਾਂ ਇਹ ਜਿਹੜਾ ਹੈ ਇਹ ਕਮਜ਼ੋਰ ਕਰਨ ਦਾ, ਉਧਰੋਂ ਸੂਬਿਆਂ ਨੂੰ ਕਮਜ਼ੋਰ ਕਰਨ ਦਾ ਇਹ ਹੋ ਗਿਆ ਕਿ ਜਿਹੜਾ ਮਤਲਬ ਸੇਲ ਟੈਕਸ ਸੂਬਾ ਇਕੱਠਾ ਕਰਦਾ ਸੀ ਉਹ GST ਲੈ ਗਏ। ਉਹ ਜਦੋਂ GST 'ਚੋਂ ਹਿੱਸਾ ਮੰਗ ਰਹੇ ਨੇ ਉਦੋਂ ਕਹਿੰਦੇ ਜੀ ਵੀ ਇਹ ਤੇ ਤੁਸੀਂ ਕਰਜ਼ਾ ਲੈ ਲਓ।
ਮਤਲਬ ਜੇ ਤੁਹਾਡਾ ਜਿਹੜਾ ਸੀ, ਜਿਹੜਾ ਤੁਹਾਡੀ ਬੱਚਤ ਨਾਲ ਚੱਲਦਾ ਸੀ, ਉਹ ਬਚਾ ਕੇ ਹੁਣ ਹੈ ਕਿ ਜੇ ਤੁਸੀਂ ਬਾਜ਼ਾਰ ਜਾਣਾ ਘਰ ਚੱਲਣਾ। ਤਾਂ ਇਸ ਕਰਕੇ ਸੰਵਿਧਾਨ ਦੇ ਜਿਹੜਾ ਮੂਲ ਹੈ, ਔਰ ਉਹਦੇ 'ਚ ਮੂਲ ਜਿਹੜਾ ਪ੍ਰੀਐਂਬਲ ਵਿੱਚ ਬਾਬਾ ਸਾਹਿਬ ਨੇ ਔਰ ਉਹ ਸਾਰੀ ਜਿਹੜੀ ਆਜ਼ਾਦੀ ਦੀ ਲੜਾਈ ਸੀ ਉਹਨੂੰ ਉਹਦੇ 'ਚ ਬੰਨ੍ਹ ਕੇ ਲੈ ਆਂਦਾ ਕਿ ਵੀ ਸਮਾਜਿਕ ਨਿਆਂ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਬਾਬਾ ਅੰਬੇਦਕਰ ਸਾਹਿਬ ਦੇ ਨਾਮ ਤੇ ਵੋਟਾਂ ਹਾਸਲ ਕੀਤੀਆਂ, ਪਰ ਹੁਣ ਉਹਨਾਂ ਦੀ ਜਿਹੜੀ ਸਥਿਤੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਕਹਿੰਦਾ ਕਿ ਉਹ ਮਗਰਲੇ ਬੰਨੇ ਲਾਉਂਦੇ ਨੇ ਫੋਟੋ, ਅਗਲੇ ਬੰਨੇ ਰੱਖਣੀ ਚਾਹੀਦੀ ਹੈ ਤਾਂ ਕਿ ਉਹ ਜਵਾਬਦੇਹ ਹੋਣ। ਬਾਬਾ ਸਾਹਿਬ ਅੰਬੇਦਕਰ ਤੇ ਭਗਤ ਸਿੰਘ ਦੋ ਇਨਕਲਾਬੀ ਵਿਚਾਰਧਾਰਾ ਦੇ ਲੋਕ, ਔਰ ਦੋਵਾਂ 'ਚ ਬਹੁਤ ਸਮਾਨਤਾ ਹੈ ਕਿ ਜਦੋਂ ਭਗਤ ਸਿੰਘ ਅਛੂਤ ਦਾ ਸਵਾਲ ਇੱਕ ਆਰਟੀਕਲ ਲਿਖ ਰਹੇ ਨੇ ਤੇ ਉਹ ਕਹਿੰਦੇ ਭਾਈ ਆਪਣੇ ਆਪ ਨੂੰ ਮਜ਼ਬੂਤ ਕਰੋ, ਯਾਦ ਰੱਖੋ ਕਿ ਤੁਸੀਂ, ਤੁਹਾਡੇ ਸਿਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਨੇ ਜਿੱਤਾਂ ਪ੍ਰਾਪਤ ਕੀਤੀਆਂ, ਸ਼ਿਵਾਜੀ ਨੇ ਪ੍ਰਾਪਤ ਕੀਤੀਆਂ, ਤੁਸੀਂ ਆਪਣੀ ਉਹ ਜਿਹੜੀ ਤੁਹਾਡਾ ਮਜ਼ਬੂਤੀ ਹੈ ਉਹਨੂੰ ਲੈ ਕੇ ਹੀ ਬਾਬਾ ਸਾਹਿਬ ਨੇ ਭੀਮਾ ਕੋਰੇਗਾਂਵ ਜਿਹੜਾ ਜਗ੍ਹਾ ਹੈ ਉਹ ਯਾਦ ਦਵਾਈ ਕਿ ਸਾਡੇ ਬਜ਼ੁਰਗਾਂ ਨੇ ਮਤਲਬ ਜਿਹੜੇ ਆਪਣੇ ਆਪ ਨੂੰ ਬੜੇ ਪੇਸ਼ਵਾ ਕਹਿ ਰਹੇ ਸੀ ਮਰਾਠੇ, ਉਹਨਾਂ ਨੂੰ ਮਤਲਬ ਹਰਾਇਆ ਸੀ। ਮਤਲਬ ਤੁਹਾਡੇ ਅੰਦਰ ਸ਼ਕਤੀ ਹੈ, ਤਾਂ ਉਹ ਜਿਹੜਾ ਹੈ ਅੱਜ ਤੁਸੀਂ ਉਹਨੂੰ ਲੋਕਾਂ ਨੂੰ ਸ਼ਕਤੀ ਦੇਣ ਦੀ ਬਜਾਏ ਮਤਲਬ ਉਹ ਵੀ ਬੁੱਤ ਬਣਾ ਕੇ ਕਰ ਰਹੇ। ਮੈਂ ਕਹਿ ਰਿਹਾ ਕਿ ਉਹਦਾ ਬੁੱਤ ਬਣਾ ਰਹੇ ਨੇ, ਰੂਹ ਉਹਦੇ ਵਿੱਚੋਂ ਕੱਢ ਰਹੇ ਨੇ। ਜੇ ਭਗਤ ਸਿੰਘ ਦੀ ਗੱਲ ਹੈ ਤੇ ਮਤਲਬ ਬਾਬਾ ਸਾਹਿਬ ਵੀ ਇਹੀ ਕਹਿ ਰਹੇ ਸੀਗੇ ਕਿ ਵੀ ਹਰ ਬੱਚੇ ਨੂੰ ਮੌਕਾ ਮਿਲਣਾ ਚਾਹੀਦਾ। ਭਗਤ ਸਿੰਘ ਉਹਨਾਂ ਦੀ 2 ਫਰਵਰੀ ਦਾ ਕਿ ਹਰ ਬੱਚੇ ਨੂੰ ਪੜ੍ਹਾਈ ਮੁਫਤ ਮਿਲਣੀ ਚਾਹੀਦੀ, ਕਰਜ਼ਾ ਜਿਹੜਾ ਹੈ ਹਰ ਹੱਥ ਨੂੰ ਕੰਮ ਮਿਲਣਾ ਚਾਹੀਦਾ। ਔਰ ਇਹ ਅੱਜ ਅਸੀਂ ਹਿਊਮਨ ਰਾਈਟ ਦੇ ਯੁੱਗ 'ਚ, ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਹਿਊਮਨ ਰਾਈਟ ਚਾਰਟਰ ਬਣਿਆ ਤੇ ਉਹਦੇ ਵਿੱਚ ਵੀ ਬੇਸਿਕ ਚੀਜ਼ਾਂ ਇਹੀ ਸੀਗੀਆਂ ਕਿ ਹਰ ਇੱਕ ਮਤਲਬ ਮਾਣਮੱਤਾ ਜੀਵਨ ਜੀਣ ਲਈ ਮਤਲਬ ਜਿਹੜਾ ਹੈ ਉਹ ਤੁਸੀਂ ਕਰੋ। ਅੱਜ ਕੀ ਹੈ ਕਿ ਇੱਦਾਂ ਲੋਕਾਂ ਨੂੰ ਮਤਲਬ ਪਾਇਆ ਹੋਇਆ ਕਿ ਨਾ ਤੇ ਕਿਸੇ ਹੱਥ ਕੰਮ ਹੈ, ਜਿਹੜਾ ਹੈਗਾ ਉਹ ਵਿਚਾਰਾ ਮਤਲਬ ਦਿਨ ਤੋਂ ਸ਼ਾਮ ਤੱਕ ਕੰਮ ਕਰਦਾ ਹੈ, ਉਹਨੂੰ ਸੋਚਣ ਜੋਗਾ ਨਹੀਂ ਛੱਡਿਆ। ਤਾਂ ਇਹ ਮੇਰੇ ਖਿਆਲ ਸਾਰੀਆਂ ਸਰਕਾਰਾਂ ਦੀ, ਔਰ ਸਰਕਾਰਾਂ ਲੋਕਾਂ ਨੂੰ ਤਾਕਤ ਦੇਣ ਤੋਂ ਮਤਲਬ ਕਰਦੀਆਂ, ਲੋਕਾਂ ਨੂੰ ਆਪਣੇ ਫੈਸਲੇ ਆਪ ਲੈਣ ਦੇ ਕਾਬਿਲ ਬਣਾਓ ਤਾਂ ਹੱਲ ਹੋਣਾ ਹੈ। ਕਿਸੇ ਕੋ ਅੱਜ ਮੈਜਿਕ ਵਾਂਗ ਨਹੀਂ ਹੈ, ਕੋਈ ਇਹ ਕਵੇ ਕਿ ਜੀ ਮੇਰੇ ਕੋਲ ਮਤਲਬ ਇੱਕ ਜਾਦੂਗਰ ਛੜੀ ਹੈਗੀ ਹੈ, ਮੈਂ ਸਾਰੇ ਮਸਲੇ ਹੱਲ ਕਰ ਦਿਆਂ। ਮਸਲੇ ਲੋਕਾਂ ਨੇ ਹੱਲ ਕਰਨੇ, ਲੇਕਿਨ ਲੋਕਾਂ ਨੂੰ ਤੁਸੀਂ ਪਾਵਰ ਨਹੀਂ ਕਰੋਗੇ। ਬਾਬਾ ਸਾਹਿਬ ਅੰਬੇਦਕਰ ਦਾ ਵੀ ਇਹ ਸੀ, ਉਹਨਾਂ ਦਾ ਵੀ ਐਜੂਕੇਟ ਐਂਡ ਆਰਗੇਨਾਈਜ਼, ਕਿ ਤੁਸੀਂ ਜੇ ਪੜ੍ਹੋਗੇ, ਸਮਝੋਗੇ, ਫਿਰ ਤੁਸੀਂ ਉਹਦੇ ਤੇ। ਭਗਤ ਸਿੰਘ ਨੇ ਵੀ 1924 'ਚ ਇਹੀ ਗੱਲ ਕੀਤੀ ਸੀ ਵੀ ਨੌਜਵਾਨਾਂ ਨੂੰ ਆਪਣੇ ਦਿਮਾਗ ਵਿੱਚੋਂ ਧਾਰਮਿਕ ਸੰਕੀਰਨਤਾ ਕੱਢਣੀ ਚਾਹੀਦੀ, ਜਾਤ ਪਾਤ ਖਤਮ ਕਰਨੀ ਚਾਹੀਦੀ, ਔਰ ਲਿੰਗ ਭੇਦ ਖਤਮ ਕਰਨਾ ਚਾਹੀਦਾ। ਨਾਲ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਵਿਗਿਆਨਕ ਵਿਚਾਰਧਾਰਾ ਨੂੰ ਅਪਣਾਓ, ਹਰ ਚੀਜ਼ ਦਾ ਕਾਰਨ ਸਮਝੋ। ਜਦੋਂ ਆਪਾਂ ਨੂੰ ਕਾਰਨ ਸਮਝ ਜਾਵਾਂਗੇ ਫਿਰ ਆਪਾਂ ਉਹਦੇ ਤੇ ਕਰ ਸਕਦੇ ਹਾਂ। ਤਾਂ ਮੈਂ ਸਮਝਦਾ ਕਿ ਬਾਬਾ ਸਾਹਿਬ ਦਾ, ਭਗਤ ਸਿੰਘ ਉਹਨਾਂ ਦਾ ਜਿਹੜਾ ਅਸਲ ਸੰਦੇਸ਼ ਹੈ, ਇਸੇ ਕਰਕੇ ਇੱਥੇ ਸੀ ਵੀ ਇਹਨਾਂ ਸਾਥੀਆਂ ਨਾਲ। ਔਰ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਆਪ ਪੜ੍ਹਾਉਣਾ ਪੈਣਾ, ਅਸੀਂ ਸਰਕਾਰਾਂ ਵੱਲ ਨਹੀਂ ਦੇਖ ਸਕਦੇ, ਕਿਉਂਕਿ ਜਿਹੜੇ ਬੱਚੇ ਨੂੰ ਅੱਜ ਜਿਹੜੀ ਜ਼ਰੂਰਤ ਹੈ ਉਹ ਸਰਕਾਰਾਂ ਨੇ ਪੂਰੀ ਨਹੀਂ ਕਰਨੀ, ਕਿਉਂਕਿ ਉਹਨਾਂ ਨੂੰ ਪਤਾ ਹੈ ਜਿੱਦਾਂ ਉਹਨਾਂ ਨੇ ਕੋਵਿਡ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਸੱਤਿਆਨਾਸ਼ ਕਰ ਦਿੱਤਾ ਹੈ, ਔਰ ਉਹ ਅੱਗੇ ਵੀ ਕਰਨਗੇ, ਲੇਕਿन ਅਸੀਂ ਆਪ अपने आप की करिए। तो ये विनोद तेजियान एडवोकेट हैं, फॉर्मर स्टेट मिनिस्टर यूपी जी, संविधान बचाओ देश बचाओ संघर्ष समिति, इसके वर्किंग प्रेसिडेंट हैं। राजरतन जी और हम सब मिल कर के पिछले 10 साल से संविधान बचाओ देश बचाओ इस सब्जेक्ट को लेकर के पूरे देश में सभाएं कर रहे हैं, लोगों को जागरूक कर रहे हैं। और ये जागरूक करने की ज़रूरत देश की जनता को इसलिए है कि संविधान से पहले चाहे इस देश में 850 साल मुगलों का राज चला हो और चाहे पेशवाओं का राज चला हो, केवल बुद्ध के 10 राजाओं को छोड़ करके इस देश में कोई भी व्यवस्था लागू रही तो भारत की जो जनता है, इस जनता के पास कोई अधिकार नहीं रहे, मुट्ठी भर लोगों के पास अधिकार रहे। संविधान जिस दिन से इस देश में लागू हुआ, जो हमारे बड़े अंग्रेजों से पहले, वो चाहे कोई भी थे, लगभग 97% लोग झोपड़ी और छान में थे। संविधान आने के बाद आज बड़ी बड़ी कोठियों में हैं, और अंग्रेजों की बदौलत इस देश में ज्योतिबा फूले के आंदोलन और बाबा साहब के आंदोलन से, अंग्रेजों की बदौलत जो इस देश में चाहे रेगुलेटिंग एक्ट बना हो, चाहे न्याय व्यवस्था समानता पर आधारित की गई हो, जो अधिकार मिले, उनकी वजह से हमारे लोग झोपड़ियों और छान में से निकलकर कच्चे घरों में आए थे, और आज संविधान की बदौलत कोठियों में जा रहे हैं। देश आगे बढ़ रहा है। ये संविधान जब लिखा जा रहा था तो 100 दिन तक इसी बात के ऊपर चर्चा चल रही थी, चूंकि जो देश पर कब्जा करो बैठे हुए, चाहे ये हों और चाहे इनके दूसरे वाले भाई हो जिन्होंने इनसे पहले राज किया,
ये लोग तो संविधान देश में चाहते ही नहीं थे। ये तो बाबा साहब डॉक्टर अंबेडकर, बैरिस्टर जोगेंद्र नाथ मंडल, सर छोटू राम, मौलाना शौकत अली और इन सब के सर पर छत्रपति शिवाजी महाराज के पोते साहू महाराज का हाथ था। इन लोगों की मेहनत की बदौलत गांधी और नेहरू को इस देश में मजबूर होना पड़ा संविधान के लिए, अन्यथा ये लोग चाहते ही नहीं थे। इनका एक सूत्रीय एजेंडा था जो आज राज कर रहे हैं, जिन्होंने इनसे पहले राज किया है, कि अंग्रेज चले जाएं, देश हमारे हाथ में आ जाए और अंग्रेजों के बाद हम इस देश के मालिक रहेंगे और ये जनता ऐसे ही रहेगी जैसे अंग्रेजों के टाइम में रह रही है। इस खतरे को इन 5-6 लोगों ने परखा। चूंकि बाबा साहब डॉक्टर अंबेडकर ने जितना धर्म ग्रंथों को इन्होंने खुद ना पढ़ा हो, इतना बाबा साहब ने पढ़ रखा था। उनको पता था कि सौ का मतलब स्वम का है और राज का मतलब राज है। ये मुट्ठी भर लोग इस देश में अपना राज लाना चाहते हैं, इसलिए बाबा साहब ने प्लानिंग करके अंग्रेजों के सामने सारे प्रस्ताव रखे, जिसमें साउथ बोरो कमेटी हो, साइमन कमीशन हो और आपका हंटर कमीशन हो। ये सारे कमीशन इस देश की जनता को अधिकार दिलवाने के लिए बाबा साहब के मेमोरेंडम देने के बाद, भास्कर राव जाधव के लिखने के बाद ही इस देश के अंदर आए और इन सबकी रिपोर्ट आने के बाद ही इस देश में ये संविधान आया और इस देश की जनता को अधिकार मिले। अब सवाल ये खड़ा होता है कि जब संविधान लिखा जा रहा था, कल 26 नवंबर है, 26 नवंबर 1949 को बाबा साहब ने भारत तो छोड़ दो, दुनिया का सबसे आलीशान संविधान, दुनिया का सबसे बड़ा, जो जनता को सबसे ज्यादा अधिकार देता हो, ऐसा संविधान आज से 73 साल पहले इनके बड़ों के हाथ में दिया जो आज ये राज कर रहे हैं। और जो बात हमारे देश की जनता आज नहीं समझ पा रही, वो बाबा साहब, जो सरदार जी ने अभी आपके सामने बोला, जब बाबा साहब संविधान इनको दे रहे थे, बाबा साहब के मन में उसी समय शंका थी, इसलिए उन्होंने अपने शब्दों से उसी दिन व्यक्त कर दिया था कि संविधान चाहे कितना ही अच्छा क्यों ना हो, अगर जिन लोगों के वो हाथ में जा रहा है, अगर उनकी नीयत साफ नहीं होगी और वो उसको लागू नहीं करेंगे, और तो फिर संविधान को निश्चित रूप से ये संविधान भी बेकार साबित हो जाएगा। लेकिन अगर कहीं कोई चूक भी है और लागू करने वाले जिनके हाथ में जा रहा वो लोग अच्छे हुए, तो वो इसको दुरुस्त कर लेंगे, वो इसको ठीक कर लेंगे। तो ये संविधान आज भी हमारे लोगों को यही पता नहीं चला, इसलिए हम ये कार्यक्रम चला रहे हैं कि हमारे लोगों को आज तक यही पता नहीं कि जिन लोगों के हाथ में ये संविधान है, इन्होंने इसे इस देश में 10 दिन भी लागू नहीं किया पूरी तरीके से। मैं दावे के साथ कह रहा हूं, अगर संविधान 5 साल भारत में पूरी तरह से आर्टिकल 1 से लेकर लास्ट तक अगर लागू हो जाए, तो देश पूरी दुनिया में आज भी स्विट्जरलैंड बन जाएगा। ये देश के संविधान के साथ धोखाधड़ी चल रही है, लंबे समय से चल रही है। और तीसरा जिसका आप नाम ले रहे थे, वो भी इन्हीं का भाई है। वो केवल बाबा साहब और भगत सिंह का फोटो दिखा रहा है। अभी दिल्ली की एक घटना इस बात को साबित कर रही है कि वो नंबर 1 नंबर का मनुवादी है और वो जो बीजेपी और कांग्रेस है उसी की कॉपी है, और उन्हीं के आंदोलन से ना हजारे के आंदोलन से ही उसको आरएसएस ने पैदा किया है। हमारे एक साथी राजेंद्र प्रसाद जी, जो दिल्ली सरकार में कैबिनेट मिनिस्टर थे, राजरत्न अंबेडकर जी के कार्यक्रम में वो भी मौजूद थे। वहां 22 प्रतिज्ञा पढ़ी गई, तो जो बाबा साहब का फोटो दिखा रहे हैं, जो बाबा साहब की फोटो तो आरएसएस भी दिखाता है, फोटो तो बीजेपी भी दिखाती है, मतलब गले में माला और विचारों पर ताला। तो 22 प्रतिज्ञाएं बाबा साहब की थी। उन 22 प्रतिज्ञाओं को पढ़ने पर एक कैबिनेट मिनिस्टर से अरविंद केजरीवाल जी ने इस्तीफा लिया है। इसलिए उनका असली चेहरा पंजाब ही नहीं पूरे देश में सबके सामने आ गया है।